हाँ जी स्टूडेंट्स, वेलकम टू अवर यूट्यूब चैनल। तो स्टूडेंट्स क्लास स्टार्ट करते हैं जी। ਆਪਾਂ ਜੋ ਲక్ష్ਮੀਕਾਂਤ ਦੀ ਪੋਲਿਟੀ ਹੈ ਉਹ ਡਿਸਕਸ ਕਰ ਰਹੇ ਹਾਂ। ਤਾਂ ਆਪਾਂ ਪ੍ਰੈਜ਼ੀਡੈਂਟ ਬਾਰੇ ਡਿਸਕਸ ਕਰ ਰਿਹਾ ਸੀਗਾ, ਐਜ਼ ਅ ਡੈਮੋ ਕਲਾਸ ਡਿਸਕਸ ਕੀਤਾ ਸੀਗਾ। ਹੁਣ ਆਪਾਂ ਕੀ ਕਰਦੇ ਹਾਂ ਕਿ ਜੋ ਲక్ష్ਮੀਕਾਂਤ ਦੀ ਪੋਲਿਟੀ ਹੈ ਨਾ, ਜੋ ਪੋਲੀਟੀਕਲ ਸਬਜੈਕਟ ਹੈ ਤੁਹਾਡਾ ਮਾਸਟਰ ਕੈਡਰ ਲਈ ਜਾਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਲਈ ਹੈ, ਉਹਨਾਂ ਲਈ ਆਪਾਂ ਸਟਾਰਟਿੰਗ ਤੋਂ ਜਿੱਥੋਂ ਫਾਰਮੇਸ਼ਨ ਹੋਈ ਸੀਗੀ ਉੱਥੋਂ ਡਿਸਕਸ ਕਰਦੇ ਹਾਂ। ਸਟਾਰਟ ਤੋਂ ਐਂਡ ਤੱਕ ਕੋਸ਼ਿਸ਼ ਕਰਾਂਗੇ ਵੀ ਐਂ ਹੀ ਕਲਾਸਿਸ ਜੋ ਹੈ ਤੁਹਾਡੇ ਵਾਸਤੇ ਵੀਡੀਓ ਅਪਲੋਡ ਕਰਦੇ ਰਹੀਏ, ਠੀਕ ਹੈ ਜੀ। ਤਾਂ ਫਸਟ ਹੈ ਜੀ ਕੰਸੈਪਟ ਆਪਣਾ ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ। ਮੇਕਿੰਗ ਆਫ ਇੰਡੀਅਨ ਮੇਕਿੰਗ ਆਫ ਇੰਡੀਅਨ ਕਨਸਟੀਟਿਊਸ਼ਨ ਆ ਆਪਣਾ ਟੌਪਿਕ ਹੈ ਜੀ। ਇਹਦੇ ਬਾਰੇ ਡਿਸਕਸ ਕਰਦੇ ਹਾਂ ਸਾਰਾ ਕਿ ਕੀ ਪ੍ਰੋਸੈਸ ਸੀਗਾ, ਕਿਵੇਂ ਕਿਵੇਂ ਚੱਲਿਆ, ਕਿਵੇਂ ਕਿਵੇਂ ਸੰਵਿਧਾਨ ਬਣਿਆ, ਕੀ ਕੀ ਦਿੱਕਤ ਆਈ ਸੀਗੀ ਔਰ ਕਿਹੜੇ ਕਿਹੜੇ ਬੰਦਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ। ਤਾਂ ਫਸਟ ਗੱਲ ਕਰਦੇ ਹਾਂ ਵੀ ਡਿਮਾਂਡ ਕਿਹਨਾਂ ਨੇ ਕੀਤੀ ਸੀ ਕਿ ਭਾਰਤੀ ਸੰਵਿਧਾਨ ਜਿਹੜਾ ਹੈ ਜਾਂ ਕੌਨਸਟੀਟਿਊਸ਼ਨ ਅਸੈਂਬਲੀ ਹੈ ਉਹ ਅਲੱਗ ਹੋਣੀ ਚਾਹੀਦੀ ਹੈ। ਤਾਂ ਫਸਟ ਟਾਈਮ 'ਤੇ ਗੱਲ ਕਰੀਏ ਤਾਂ 1934, ਠੀਕ ਹੈ ਜੀ। ਐਮ ਐਨ ਰੋਏ ਨੇ ਡਿਮਾਂਡ ਕੀਤੀ ਸੀ ਕਿ ਕੌਨਸਟੀਟਿਊਸ਼ਨ ਅਸੈਂਬਲੀ ਹੈ ਨਾ ਉਹ ਬਣਨੀ ਚਾਹੀਦੀ ਹੈ ਅਤੇ ਇੰਡੀਆ ਨੂੰ ਆਜ਼ਾਦ ਕਰਾਉਣ ਦੇ ਲਈ ਉਹ ਐਂਡ ਜੋ ਇੰਡੀਅਨ ਕੌਨਸਟੀਟਿਊਸ਼ਨ ਹੈ ਉਹ ਅਲੱਗ ਤੋਂ ਬਣਨਾ ਚਾਹੀਦਾ ਹੈ। ਜੋ ਐਮ ਐਨ ਰੋਏ ਨੇ ਕਿਹਾ ਸੀਗਾ, ਕਦੋਂ ਕਿਹਾ ਸੀਗਾ? 1934 ਦੇ ਵਿੱਚ ਕਿਹਾ ਸੀਗਾ ਫਸਟ ਟਾਈਮ 'ਤੇ। ਇਹ ਸੀਗਾ ਓਫੀਸ਼ੀਅਲ ਵੇ, ਆਪਾਂ ਇਹਨੂੰ ਕਹਿ ਸਕਦੇ ਹਾਂ ਓਫੀਸ਼ੀਅਲ ਵੇ ਦੇ ਨਾਲ ਕਿਹਾ ਸੀਗਾ। ਅਨਓਫੀਸ਼ੀਅਲ ਵੇ ਦੇ ਨਾਲ ਇੱਕ ਪਰਸਨ ਸੀਗਾ, ਉਹਨੇ ਵੀ ਕਿਹਾ ਸੀਗਾ ਵੀ ਕੌਨਸਟੀਟਿਊਸ਼ਨ ਅਸੈਂਬਲੀ ਹੋਣੀ ਚਾਹੀਦੀ ਹੈ ਤੇ ਭਾਰਤੀ ਸੰਵਿਧਾਨ ਹੈ ਜੋ ਅਲੱਗ ਹੋਣਾ ਚਾਹੀਦਾ ਹੈ। ਉਹ ਕਿਹੜਾ ਪਰਸਨ ਸੀਗਾ ਜੀ? ਉਹਦੇ ਬਾਰੇ ਕਮੈਂਟ ਬਾਕਸ ਦੇ ਵਿੱਚ ਜਲਦੀ ਦੱਸੋ ਕਿਹੜੇ ਪਰਸਨ ਸੀਗਾ ਜਿਨ੍ਹਾਂ ਨੇ ਕਿਹਾ ਸੀਗਾ। ਤਾਂ ਕਮੈਂਟ ਬਾਕਸ ਦੇ ਵਿੱਚ ਆਨਸਰ ਕਰੋ। ਦੇਖੋ ਆਨਸਰ ਕਰਨ ਦੇ ਨਾਲ ਤੁਹਾਡਾ ਕੀ ਹੈ, ਜੋ ਪਰਮਾਨੈਂਟ ਯਾਦ ਹੋ ਜਾਏਗਾ, ਪਰਮਾਨੈਂਟ ਮੈਮਰੀ ਦੇ ਵਿੱਚ ਚਲਿਆ ਜਾਏਗਾ, ਠੀਕ ਹੈ ਜੀ। ਤਾਂ ਬਾਲ ਗੰਗਾਧਰ ਤਿਲਕ ਨੇ ਕਿਹਾ ਸੀਗਾ ਜੀ। ਕਲੀਅਰ ਹੋ ਗਿਆ ਜੀ। ਦੈਨ 1934 ਦੇ ਵਿੱਚ ਇਹਨਾਂ ਨੇ ਗੱਲ ਕੀਤੀ। ਉਸ ਤੋਂ ਬਾਅਦ 1935 ਆ ਗਿਆ INC, ਇੰਡੀਅਨ ਨੈਸ਼ਨਲ ਕਾਂਗਰਸ ਨੇ ਡਿਮਾਂਡ ਕੀਤੀ ਵੀ ਕੌਨਸਟੀਟਿਊਸ਼ਨ ਅਸੈਂਬਲੀ ਹੋਣੀ ਚਾਹੀਦੀ ਹੈ ਅਲੱਗ ਤੋਂ ਔਰ ਭਾਰਤੀ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਸਿਰਫ ਓਨਲੀ ਐਂਡ ਓਨਲੀ ਇੰਡੀਅਨ ਹੀ ਰੋਲ ਪਲੇ ਕਰਨਗੇ। INC ਮੀਨਸ ਇੰਡੀਅਨ ਨੈਸ਼ਨਲ ਕਾਂਗਰਸ। ਹੁਣ ਕਾਂਗਰਸ ਦਾ ਮੀਨਿੰਗ ਕੀ ਹੈ? ਲੋਕਾਂ ਦਾ ਇਕੱਠ ਕਹਿ ਸਕਦੇ ਆਪਾਂ, ਠੀਕ ਹੈ। ਕਾਂਗਰਸ ਵਰਡ ਦਾ ਮੀਨਿੰਗ ਕੀ ਹੈ? ਲੋਕਾਂ ਦਾ ਇਕੱਠ। ਇੰਡੀਅਨ ਨੈਸ਼ਨਲ ਕਾਂਗਰਸ ਐਸਟੈਬਲਿਸ਼ ਕਦੋਂ ਹੋਇਆ ਜੀ? ਇੰਡੀਅਨ ਨੈਸ਼ਨਲ ਕਾਂਗਰਸ ਹੈ ਉਹ ਕਦੋਂ ਬਣੀ ਸੀਗੀ? ਉਹ ਬਣੀ ਸੀ 1885, 1885। ਔਰ ਕਿਹਨਾਂ ਦੇ ਦੁਆਰਾ ਬਣਾਈ ਗਈ? ਤਾਂ ਕਿਹੜੇ ਸੀਗੇ ਜਿਨ੍ਹਾਂ ਦੇ ਦੁਆਰਾ ਬਣਾਈ ਗਈ? ਉਹ ਸੀਗੇ ਜੀ AO ਹਿਊਮੇ ਦੁਆਰਾ ਜੋ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਹ ਬਣਾਈ ਗਈ। ਉਸ ਤੋਂ ਬਾਅਦ ਅੱਗੇ ਗੱਲ ਕਰੀਏ ਤਾਂ 1938 ਦਾ ਟਾਈਮ ਆਉਂਦਾ। ਜਦੋਂ 1938 ਦਾ ਟਾਈਮ ਆਉਂਦਾ ਤਾਂ ਜਵਾਹਰ ਲਾਲ ਨਹਿਰੂ ਕੀ ਕਹਿੰਦੇ ਨੇ ਕਿ ਜੋ ਇੰਡੀਅਨ ਕੌਨਸਟੀਟਿਊਸ਼ਨ ਹੈ, ਜੋ ਭਾਰਤ ਦਾ ਸੰਵਿਧਾਨ ਹੈ, ਉਹ ਕੀ ਹੈ? ਇੰਡੀਅਨ ਮੈਂਬਰਾਂ ਦੇ ਦੁਆਰਾ ਹੀ ਤਿਆਰ ਕੀਤਾ ਜਾਏਗਾ। ਕੋਈ ਵੀ ਫੋਰਨਰ ਹੈ ਜਾਂ ਬ੍ਰਿਟੇਨ ਦਾ ਜਾਂ ਕੋਈ ਵੀ ਹੈ ਉਹ ਨਹੀਂ, ਬਾਹਰੀ ਬੰਦਾ ਕੋਈ ਵੀ ਇੰਟਰਫੇਅਰ ਨਹੀਂ ਕਰੇਗਾ। ਜਿਹਨੂੰ ਕਹਿੰਦਾ ਆਊਟਸਾਈਡਰ ਨੋਟ ਅਲਾਊਡ, ਆਪਾਂ ਕਹਿ ਸਕਦੇ ਹਾਂ ਵੀ ਆਊਟਸਾਈਡਰ ਜਿਹੜੇ ਆ ਨੋਟ ਅਲਾਊਡ ਹੋਣਗੇ। ਆਊਟਸਾਈਡ ਦੀ ਇੰਟਰਫੇਰੈਂਸ ਨੂੰ
ਨਹੀਂ ਅਸੀਂ ਅਲਾਓ ਕਰਾਂਗੇ, ਓਨਲੀ ਇੰਡੀਅਨ ਮੈਂਬਰ ਹੀ ਹੋਣਗੇ ਜਿਹੜੇ ਕੀ ਆ ਕਨਸਟੀਟਿਊਸ਼ਨ ਨੂੰ ਫਰੇਮ ਕਰਨਗੇ। ਹੋਪ ਸੋ ਕਲੀਅਰ ਆ ਰਿਹਾ ਜੀ, ਸਿੰਪਲ ਲੈਂਗੁਏਜ ਦੇ ਵਿੱਚ ਦੱਸ ਰਿਹਾ। ਜੇਕਰ ਆਪਾਂ ਬੁੱਕ ਦੀ ਲੈਂਗੁਏਜ ਤੋਂ ਗੱਲ ਕਰੀਏ ਤਾਂ ਉਹ ਬਹੁਤ ਹੀ ਜ਼ਿਆਦਾ ਡਿਫੀਕਲਟ ਲਿਖੀ ਹੋਈ ਹੈ। ਕਿਉਂ ਡਿਫੀਕਲਟ ਲਿਖੀ ਹੋਈ ਹੈ? ਕਿਉਂਕਿ ਉਸ ਟਾਈਮ ਤੇ ਜੋ ਕਨਸਟੀਟਿਊਸ਼ਨ ਅਸੈਂਬਲੀ ਸੀ ਨਾ, ਕਨਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਜ਼ਿਆਦਾਤਰ ਕੀ ਸਨ? ਲੋਅਰ ਸਨ, ਜ਼ਿਆਦਾ ਵਕੀਲ ਹੀ ਸਨ। ਜੋ ਕਨਸਟੀਟਿਊਸ਼ਨ ਮੈਂਬਰ ਸੀਗੇ ਉਹ ਸਾਰੇ ਵਕੀਲ ਹੀ ਸਨ, ਇੱਕ ਹਿਸਾਬ ਨਾਲ ਤੁਸੀਂ ਕਹਿ ਸਕਦੇ ਹੋ ਅਪਰੋਕਸੀਮੇਟ ਸਾਰੇ ਬੰਦੇ ਹੀ ਵਕੀਲ ਸੀਗੇ। ਤਾਂ ਜੋ ਵੀ ਕਨਸਟੀਟਿਊਸ਼ਨ ਦੀ ਲੈਂਗੁਏਜ ਹੈ ਉਹ ਬਹੁਤ ਜ਼ਿਆਦਾ ਡਿਫੀਕਲਟ ਹੈ। ਤਾਂ ਆਪਾਂ ਡਿਸਕਸ ਕਰਾਂਗੇ ਬਿਲਕੁਲ ਸਿੰਪਲ ਲੈਂਗੁਏਜ ਦੇ ਵਿੱਚ ਔਨ ਦਾ ਪੁਆਇੰਟ। ਉਸ ਤੋਂ ਬਾਅਦ 40 ਦੇ ਵਿੱਚ ਆਉਂਦਾ ਜੀ ਅਗਸਤ ਆਫਰ, ਕਿ ਉਸ ਟਾਈਮ ਤੇ ਸੈਕਿੰਡ ਵਰਲਡ ਵਾਰ ਹੈ ਜੋ ਸਟਾਰਟ ਹੋ ਗਿਆ ਸੀਗਾ। ਸੈਕਿੰਡ ਵਰਲਡ ਵਾਰ 39 ਤੋਂ ਲੈ ਕੇ 45 ਤੱਕ, ਠੀਕ ਹੈ। ਸੈਕਿੰਡ ਵਰਲਡ ਵਾਰ ਜੋ ਹੈ ਸਟਾਰਟ ਹੋ ਗਿਆ ਸੀ। ਤਾਂ ਅਗਸਤ ਆਫਰ ਆਉਣਾ ਹੀ ਸੀਗਾ ਵੀ ਤੁਹਾਨੂੰ ਅਸੀਂ ਆਜ਼ਾਦ ਕਰ ਦਾਂਗੇ, ਤੁਹਾਡਾ ਕਨਸਟੀਟਿਊਸ਼ਨ ਬਣ ਜਾਊਗਾ, ਤੁਸੀਂ ਸਾਡੀ ਕੀ ਹੈ ਸੈਕਿੰਡ ਵਰਲਡ ਵਾਰ ਦੇ ਵਿੱਚ ਸਹਾਇਤਾ ਕਰੋ। ਬਹੁਤ ਸਾਰੇ ਅਧਿਕਾਰੀ ਆਉਂਦੇ ਨੇ, ਕ੍ਰਿਪਸ ਆ ਗਿਆ, ਕ੍ਰਿਪਸ ਦੇ ਨਾਲ ਬੰਦੇ ਆਉਂਦੇ ਨੇ, ਕੈਬਨਿਟ ਆ ਗਿਆ, ਠੀਕ ਹੈ। ਤਾਂ ਬਹੁਤ ਸਾਰੇ ਇੱਦਾਂ ਦੇ ਪਰਸਨ ਆਉਣਗੇ ਕਿ ਜੋ ਕਹਿਣਗੇ ਵੀ ਸਾਡੀ ਸਹਾਇਤਾ ਕਰੋ। ਬਟ ਇੰਡੀਆ ਦੇ ਹੁਣ ਮੈਂਬਰ ਸਿਆਣੇ ਸੀਗੇ, ਕਿਉਂਕਿ ਫਸਟ ਵਰਲਡ ਵਾਰ ਹੋਇਆ ਸੀ, ਤਾਂ ਉਸ ਟਾਈਮ ਤੇ ਵੀ ਇਹਨਾਂ ਨੇ ਹੀ ਕਿਹਾ ਸੀ ਕਿ ਸਾਡੀ ਸਹਾਇਤਾ ਕਰੋ, ਅਸੀਂ ਤੁਹਾਨੂੰ ਆਜ਼ਾਦ ਕਰ ਦਾਂਗੇ। ਬਟ ਅਜੇ ਤੱਕ ਤਾਂ ਹੋਏ ਨਹੀਂ ਗਏ। ਤਾਂ 1942 ਦੇ ਵਿੱਚ ਆਇਆ ਜੀ ਕ੍ਰਿਪਸ ਮਿਸ਼ਨ ਪਲਾਨ। ਕ੍ਰਿਪਸ ਮਿਸ਼ਨ ਪਲਾਨ, ਔਰ ਇਹਨਾਂ ਦੇ ਹੈਡ ਸਨ ਸਟੈਫਰਡ ਕ੍ਰਿਪਸ। ਇਹਨਾਂ ਦੇ ਹੈਡ ਕੌਣ ਸਨ? ਸਟੈਫਰਡ ਕ੍ਰਿਪਸ ਸੀਗੇ। ਤਾਂ ਇਹ ਕੀ ਕਹਿੰਦੇ ਸੀਗੇ ਕਿ ਤੁਹਾਡਾ ਕਨਸਟੀਟਿਊਸ਼ਨ ਬਣੇਗਾ ਉਹ ਅਸੀਂ ਸਾਡੀ ਨਿਗਰਾਨੀ ਦੇ ਅੰਡਰ ਬਣੇਗਾ, ਅਸੀਂ ਤੁਹਾਨੂੰ ਚੈੱਕ ਕਰਾਂਗੇ ਤੁਸੀਂ ਕਿਵੇਂ ਬਣਾ ਰਹੇ ਹੋ। ਔਰ ਜਦੋਂ ਕ੍ਰਿਪਸ ਮਿਸ਼ਨ ਪਲਾਨ ਭਾਰਤ ਦੇ ਵਿੱਚ ਆਇਆ ਤਾਂ ਮੁਸਲਿਮ ਲੀਗ ਸੀ ਨਾ, ਮੁਸਲਿਮ ਲੀਗ ਸੀ, ਉਹਨਾਂ ਨੇ ਮੁਸਲਿਮ ਲੀਗ ਨੇ ਇੱਕ ਡਿਮਾਂਡ ਕੀਤੀ ਸੀ ਇਹਨਾਂ ਦੇ ਕੋਲੋਂ। ਮੁਸਲਿਮ ਲੀਗ ਨੇ ਡਿਮਾਂਡ ਕੀਤੀ ਸੀ ਵੀ ਸਾਡਾ ਜਿਹੜਾ ਕੀ ਹੈ ਕੰਟਰੀ ਹੈ ਸਾਡੀ ਉਹ ਅਲੱਗ ਹੋਣੀ ਚਾਹੀਦੀ ਹੈ, ਸਾਡੀ ਕੰਟਰੀ ਹੈ ਜੋ ਅਲੱਗ ਹੋਣੀ ਚਾਹੀਦੀ ਹੈ। ਤਾਂ ਉਹਨਾਂ ਦੀ ਜੋ ਮੰਗ ਸੀ ਉਹਨੂੰ ਉਸ ਟਾਈਮ ਤੇ ਸਟੈਫਰਡ ਕਮਿਸ਼ਨ ਨੇ ਰਿਜੈਕਟ ਕੀਤਾ ਸੀ, ਔਰ ਇਸ ਕਰਕੇ ਬਾਈਕਾਟ ਕੀਤਾ ਸੀ। ਕਿਹਨਾਂ ਨੇ ਕੀਤਾ ਸੀਗਾ ਬਾਈਕਾਟ? ਮੁਸਲਿਮ ਲੀਗ ਨੇ ਇਸ ਮਿਸ਼ਨ ਦਾ ਬਾਈਕਾਟ ਵੀ ਕੀਤਾ ਸੀਗਾ। ਕਲੀਅਰ ਹੋ ਗਿਆ ਜੀ। ਉਸ ਤੋਂ ਬਾਅਦ ਆਉਂਦਾ ਜੀ 1946 ਦੇ ਵਿੱਚ, 1946 ਦੇ ਵਿੱਚ ਕੈਬਨਿਟ ਮਿਸ਼ਨ। ਕੈਬਨਿਟ ਮਿਸ਼ਨ ਆਉਂਦਾ, ਔਰ ਕੈਬਨਿਟ ਮਿਸ਼ਨ ਦੇ ਵਿੱਚ ਕਿੰਨੇ ਮੈਂਬਰ ਆਉਂਦੇ ਨੇ ਜੀ? 3। ਔਰ ਆਪਾਂ ਇਹਨਾਂ ਬਾਰੇ ਗੱਲ ਕਰ ਲੈਂਦੇ ਹਾਂ। ਸਟੈਫਰਡ ਕ੍ਰਿਪਸ, ਸੈਕਿੰਡ ਆ ਗਿਆ ਲਾਰਡ ਪੈਂਥਿਕ, ਲਾਰੈਂਸ ਐਂਡ A.V. ਅਲੈਗਜ਼ੈਂਡਰ। ਆ 3 ਬੰਦੇ ਆਉਂਦੇ ਨੇ, A.V. ਅਲੈਗਜ਼ੈਂਡਰ, ਠੀਕ ਹੈ ਜੀ। ਤਾਂ ਕ੍ਰਿਪਸ ਕੈਬਨਿਟ ਮਿਸ਼ਨ ਕੀ ਸੀਗਾ ਉਸ ਟਾਈਮ ਤੇ? ਦੇਖੋ 46 ਦੇ ਵਿੱਚ ਆਇਆ। 46 ਦੇ ਵਿੱਚ ਕੀ ਹੋਇਆ ਕਿ ਸੈਕਿੰਡ ਵਰਲਡ ਵਾਰ ਖਤਮ ਹੋ ਚੁੱਕਿਆ ਸੀਗਾ, ਔਰ ਕੈਬਨਿਟ ਮਿਸ਼ਨ ਪਲਾਨ ਦੇ ਵਿੱਚ ਇਹ ਸੀਗਾ ਕਿ ਤੁਹਾਡੇ ਜੋ ਕੰਟਰੀ ਹੈ ਉਹਨੂੰ ਅਸੀਂ ਆਜ਼ਾਦ ਕਰ ਦਾਂਗੇ, ਔਰ ਅਸੀਂ ਇੱਥੋਂ ਆਪਣੇ ਆਪ ਖੁਦ ਚਲੇ ਜਾਵਾਂਗੇ। ਬ੍ਰਿਟਿਸ਼ ਸਰਕਾਰ ਦੇ ਜੋ ਮੈਂਬਰ ਸੀਗੇ, ਕਦੋਂ ਤੱਕ ਸੀਗਾ ਕਿ ਅਸੀਂ ਕਦੋਂ ਤੱਕ ਚਲੇ ਜਾਵਾਂਗੇ? 30 ਜੂਨ 1948 ਤੱਕ, 1948 ਤੱਕ ਅਸੀਂ ਖੁਦ ਆਪਣੇ ਆਪ, ਤੁਹਾਡਾ ਦੇਸ਼ ਹੈ ਜੋ ਤੁਹਾਡਾ ਭਾਰਤ ਹੈ ਉਹਨੂੰ ਛੱਡ ਕੇ ਚਲੇ ਜਾਵਾਂਗੇ, ਠੀਕ ਹੈ ਜੀ। ਤਾਂ ਕਨਸਟੀਟਿਊਸ਼ਨ ਅਸੈਂਬਲੀ ਆਪਾਂ ਇਹਨੂੰ ਲਿਖਾਂਗੇ CA, ਇਟ ਇਜ਼ ਨਾਟ ਅ ਚਾਰਟਰਡ ਅਕਾਊਂਟੈਂਟ, CA, ਠੀਕ ਹੈ। ਇਟ ਇਜ਼ ਕਨਸਟੀਟਿਊਸ਼ਨ ਅਸੈਂਬਲੀ ਆਪਾਂ ਕਹਿ ਸਕਦੇ ਹਾਂ। ਕਦੋਂ ਬਣਿਆ ਜੀ? ਨਵੰਬਰ 1946। ਕਨਸਟੀਟਿਊਸ਼ਨ ਅਸੈਂਬਲੀ ਹੈ ਜੋ ਕਨਸਟੀਟਿਊਸ਼ਨਲ
ਅਸੈਂਬਲੀ ਹੈ ਉਹ ਬਣ ਕੇ ਤਿਆਰ ਹੋ ਚੁੱਕੀ ਸੀ ਨਵੰਬਰ ਦੇ ਵਿੱਚ। ਠੀਕ ਹੈ, ਇਹ ਸੀਗਾ ਬਰੀਫ ਇੰਟਰੋਡਕਸ਼ਨ ਇੱਕ ਆਪਣਾ। ਜਦੋਂ ਤੋਂ ਵੀ ਆਪਾਂ ਗੱਲ ਕਰਾਂਗੇ 34 ਤੋਂ ਬਾਅਦ ਕਿਵੇਂ ਕਿਵੇਂ ਕੀ ਕੰਮ ਹੋਇਆ। ਹੁਣ 1 ਬਾਏ 1 ਡਿਸਕਸ ਕਰਦੇ ਹਾਂ ਜੀ। ਕੰਪੋਜੀਸ਼ਨ, ਜੇਕਰ ਗੱਲ ਕਰੀਏ ਆਪਾਂ ਕੰਪੋਜੀਸ਼ਨ ਦੀ, ਕੰਪੋਜੀਸ਼ਨ ਜਾਂ ਆਪਾਂ ਕਹਿ ਸਕਦੇ ਹਾਂ ਸਟਰੈਂਥ ਕਿੰਨੀ ਸੀਗੀ ਜੋ ਕੌਨਸਟੀਟਿਊਸ਼ਨ ਅਸੈਂਬਲੀ ਸੀ ਨਾ, ਉਹਦੀ ਸਟਰੈਂਥ ਕਿੰਨੀ ਸੀ। ਸਟਰੈਂਥ ਆਫ ਦਾ ਕੌਨਸਟੀਟਿਊਸ਼ਨ ਅਸੈਂਬਲੀ, ਸਟਰੈਂਥ ਆਫ ਦਾ ਕੌਨਸਟੀਟਿਊਸ਼ਨਲ ਅਸੈਂਬਲੀ। ਤਾਂ ਇਹਨੂੰ ਆਪਾਂ ਅੱਗੇ ਤੋਂ CA ਲਿਖਿਆ ਕਰਾਂਗੇ। ਠੀਕ ਹੈ, ਕਾਫੀ ਲੈਂਥੀ ਹੈ ਲਿਖਣ 'ਚ। ਤਾਂ ਕੌਨਸਟੀਟਿਊਸ਼ਨ ਅਸੈਂਬਲੀ ਜੀ 399 ਬੰਦੇ। ਕਲੀਅਰ ਹੋ ਗਿਆ ਜੀ। 399 ਦੇ ਵਿੱਚੋਂ ਕਹਿੰਦੇ ਜੀ 296 ਤਾਂ ਸਾਡੇ ਹੋਣਗੇ ਇਲੈਕਟਡ ਔਰ 93 ਕੀ ਹੋਣਗੇ ਪ੍ਰਿੰਸਲੀ ਸਟੇਟਸ। ਹੁਣ ਉਸ ਟਾਈਮ ਤੇ ਜੋ ਤਾਂ ਬ੍ਰਿਟਿਸ਼ ਸਰਕਾਰ ਦੇ ਅੰਡਰ ਚੱਲ ਰਿਹਾ ਸੀਗਾ, ਗਵਰਨੈਂਸ ਚੱਲ ਰਹੀ ਸੀ ਬ੍ਰਿਟਿਸ਼ ਸਰਕਾਰ ਦੇ ਅੰਡਰ, ਤਾਂ ਉਹ 296 ਮੈਂਬਰ ਇਲੈਕਟ ਕਰਨਗੇ। ਬਟ ਪ੍ਰਿੰਸਲੀ ਸਟੇਟ ਸੀਗੇ ਤਾਂ ਪ੍ਰਿੰਸਲੀ ਸਟੇਟ ਦੇ ਵਿੱਚ ਕੀ ਹੈ, ਉਹਨਾਂ ਨੂੰ ਵੀ ਪਾਰਟਿਸਿਪੇਟ ਕੀਤਾ ਜਾਏਗਾ ਕਿ ਇੱਕ ਭਾਰਤ ਨੂੰ ਬਣਾਉਣ ਦੇ ਲਈ ਕੋਈ ਵੀ ਰਾਜਾ ਜਾਂ ਨਹੀਂ ਹੋਏਗਾ, ਬਿਲਕੁਲ ਕੌਨਸਟੀਟਿਊਸ਼ਨ ਸਾਰਿਆਂ ਦੇ ਲਈ ਇਕੁਅਲ ਹੋਏਗਾ। ਤਾਂ ਸੀਟ ਨੂੰ ਅਲਾਉਟ ਕੀਤਾ ਗਿਆ, ਸੀਟਸ ਨੂੰ ਟੂ ਬੀ ਅਲਾਟਡ। ਇੱਕ ਸੀਟ ਦੇ ਮਗਰ, ਜੇ ਆਪਾਂ ਸਿੰਪਲੀ ਪੰਜਾਬੀ ਦੇ ਵਿੱਚ ਕਹੀਏ ਤਾਂ ਇੱਕ ਸੀਟ ਦੇ ਮਗਰ ਕਿੰਨੀ ਪਾਪੂਲੇਸ਼ਨ ਸੀਗੀ, 10 ਲੱਖ ਸੀਗੀ ਜੀ, 10 ਲੱਖ। ਬਟ ਉਸ ਟਾਈਮ ਤੇ ਕੀ ਸੀਗਾ ਕਿ ਸਾਰਿਆਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ। ਜੇਕਰ ਆਪਾਂ ਅੱਗੇ ਡਿਸਕਸ ਕਰਾਂਗੇ ਗੌਰਮੈਂਟ ਆਫ ਇੰਡੀਆ ਐਕਟ 1935, ਗੌਰਮੈਂਟ ਆਫ ਇੰਡੀਆ ਐਕਟ 1919 ਸੌਰੀ, ਇੰਡੀਅਨ ਐਕਟ 1909। ਤਾਂ ਇਹ ਸਾਰਿਆਂ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਸਰਕਾਰ ਨੇ ਕਿਹਦੇ ਉੱਤੇ ਜ਼ੋਰ ਦਿੱਤਾ ਸੀ, ਕਮਿਊਨਲ ਇਲੈਕਟੋਰੇਟ, ਕਮਿਊਨਲ ਇਲੈਕਟੋਰੇਟ ਦੇ ਉੱਪਰ ਹੀ ਜ਼ੋਰ ਦਿੱਤਾ ਸੀ। ਕਮਿਊਨਲ ਇਲੈਕਟੋਰੇਟ ਹੁਣ ਕੀ ਹੈ ਕਿ ਜੇਕਰ ਕੋਈ ਬੰਦਾ ਸਿੱਖ ਹੈ ਤਾਂ ਉਹ ਬੰਦਾ ਸਿਰਫ ਜੋ ਸਿੱਖ ਕੈਂਡੀਡੇਟ ਹੈ ਨਾ, ਸਿਰਫ ਉਹਨੂੰ ਹੀ ਪਾ ਸਕਦਾ ਵੋਟ। ਹਿੰਦੂ ਵਾਲਾ ਹੈ ਉਹ ਹਿੰਦੂ ਨੂੰ ਹੀ ਸਿਰਫ ਪਾ ਸਕਦਾ ਹੈ। ਜੇਕਰ ਆਪਾਂ ਹੋਰ ਸਮਾਜ ਦੀ ਗੱਲ ਕਰੀਏ, ਕ੍ਰਿਸਚਨਸ ਨੇ ਤਾਂ ਉਹ ਸਿਰਫ ਕੀ ਹੈ, ਕ੍ਰਿਸਚਨਸ ਜੋ ਖੜੇ ਨੇ ਉਹਨਾਂ ਨੂੰ ਹੀ ਵੋਟ ਪਾ ਸਕਦੇ ਨੇ। ਤਾਂ ਜਾਤਾਂ ਦੇ ਨਾਮ ਤੇ ਇੱਕ ਕੀ ਆ, ਸਟਾਰਟਿੰਗ ਤੋਂ ਹੀ ਬੜੀ ਸਮੱਸਿਆ ਰਹੀ ਹੈ ਭਾਰਤ ਦੀ ਕਿ ਜਾਤ ਦੇ ਨਾਮ ਤੇ ਤੁਸੀਂ ਥੋੜੀ ਬਹੁਤੀ ਵੀ ਗੱਲ ਕਰੋ ਤਾਂ ਲੋਕ ਤਿਆਰ ਹੋ ਜਾਂਦੇ ਨੇ। ਇਵਨ ਕਿ ਆਪਣੇ ਰਾਈਟਸ ਦੀ ਜਦੋਂ ਗੱਲ ਆਉਂਦੀ ਹੈ, ਆਪਣੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਤਾਂ ਉਸ ਟਾਈਮ ਤੇ ਕੋਈ ਵੀ ਕੁਛ ਨਹੀਂ ਬੋਲਦਾ। ਬਟ ਜੇਕਰ ਤੁਹਾਡੇ ਧਰਮ, ਜੇਕਰ ਤੁਸੀਂ ਉਹ ਧਰਮ ਨੂੰ ਮੰਨਦੇ ਹੋ, ਥੋੜਾ ਬਹੁਤਾ ਵੀ ਕੁਛ ਕਿਹਾ ਜਾਂਦਾ ਹੈ ਤਾਂ ਲੋਕ ਕੀ ਤੋਂ ਕੀ ਕਰ ਦਿੰਦੇ ਨੇ। ਠੀਕ ਹੈ, ਤਾਂ ਆਪਣੇ ਰਾਈਟਸ ਵੱਲ ਧਿਆਨ ਦਿਓ। ਹਾਂ, ਤੁਹਾਨੂੰ ਫਰੀडम ਹੈ, ਤੁਸੀਂ ਆਪਣੇ ਜੋ ਵੀ ਰਿਲੀਜਨ ਉਹਨੂੰ ਮੰਨ ਸਕਦੇ ਹੋ, ਬਟ ਕਈ ਵਾਰ ਗਲਤ ਅਫਵਾਹਾਂ ਵੀ ਹੁੰਦੀਆਂ ਨੇ ਜਿਨ੍ਹਾਂ ਕਰਕੇ ਲੋਕਾਂ ਦੇ ਵਿੱਚ ਝਗੜੇ ਪੈਦਾ ਕੀਤੇ ਜਾਂਦੇ ਨੇ। ਇਲੈਕਸ਼ਨ ਦੇ ਟਾਈਮ ਦੇ ਵਿੱਚ ਖਾਸ ਕਰਕੇ, ਇਲੈਕਸ਼ਨ ਦੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਜੋ ਹੈ ਰਿਲੀਜਨ ਦਾ ਮੁੱਦਾ ਚੁੱਕਿਆ ਜਾਂਦਾ ਹੁੰਦਾ ਹੈ ਅਲੱਗ-ਅਲੱਗ ਪਾਰਟੀਜ਼ ਵੱਲੋਂ। ਹੁਣ ਵੀ ਆਪਣੇ MLA ਦੇ ਇਲੈਕਸ਼ਨ ਹੋ ਕੇ ਹਟਿਆ ਤਾਂ ਤੁਸੀਂ ਦੇਖਿਆ ਹੋਣਾ ਕਾਫੀ ਜ਼ਿਆਦਾ ਮੁੱਦੇ ਉੱਠੇ ਸੀਗੇ। ਠੀਕ ਹੈ ਜੀ, ਤਾਂ ਇਲੈਕਸ਼ਨ ਹੋ ਗਿਆ ਜੀ। ਹੁਣ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਆਪਣੇ ਹੋਏ ਸੀਗੇ ਜੁਲਾਈ ਅਗਸਤ 1946 ਦੇ ਵਿੱਚ। ਜੁਲਾਈ ਅਗਸਤ ਦੇ ਵਿੱਚ ਇਲੈਕਸ਼ਨ ਹੋਏ। ਇਲੈਕਸ਼ਨਾਂ ਤੋਂ ਬਾਅਦ ਰਿਜ਼ਲਟ ਆ ਗਿਆ ਸੀ 296 ਸੀਟਾਂ ਦਾ। ਆ 296 ਸੀਟਾਂ ਸੀ ਨਾ, ਇਹਨਾਂ ਦਾ ਰਿਜ਼ਲਟ ਆ ਗਿਆ ਸੀਗਾ। ਹੁਣ ਆਪਾਂ ਇਹ ਦੇਖਦੇ ਹਾਂ ਵੀ ਕਿਹਨੂੰ ਕਿੰਨੀਆਂ ਸੀਟਾਂ ਮਿਲੀਆਂ ਸੀਗੀਆਂ। ਇਹਨਾਂ ਤੇ ਤਾਂ ਇਲੈਕਸ਼ਨ ਹੋਣੇ ਸੀਗੇ, ਨਹੀਂ ਹੋਣੇ ਸੀਗੇ ਸੌਰੀ, ਇਹਨਾਂ ਤੇ ਤਾਂ ਕੀ ਹੋਣੇ ਸੀ, ਨੋ ਇਲੈਕਸ਼ਨ, ਕੋਈ ਵੀ ਇਲੈਕਸ਼ਨ ਹੋਣਾ ਹੀ ਨਹੀਂ ਸੀਗਾ। ਕਿਉਂ ਨਹੀਂ ਹੋਣਾ ਸੀਗਾ? ਕਿਉਂਕਿ ਪ੍ਰਿੰਸਲੀ ਸਟੇਟ ਸੀ, ਰਾਜ ਘਰਾਣੇ ਸੀਗੇ, ਉਹਨਾਂ ਦੇ ਹੈੱਡ ਨੂੰ ਹੀ ਇਨਵਾਈਟ ਕੀਤਾ ਗਿਆ ਸੀਗਾ ਕਿ ਤੁਸੀਂ ਆਓ, ਤੁਸੀਂ ਸਾਡੇ ਨਾਲ ਬੈਠ ਕੇ ਆਪਾਂ ਕੌਨਸਟੀਟਿਊਸ਼ਨ ਹੈ ਜੋ ਤਿਆਰ ਕਰਾਂਗੇ। ਕਲੀਅਰ ਹੈ ਜੀ। ਤਾਂ ਇਹਦੇ ਵਿੱਚ ਗੱਲ ਕਰੀਏ ਤਾਂ INC ਹੈ ਜੋ, ਉਹਨੂੰ ਮਿਲੀਆਂ ਜੀ 208 ਸੀਟਾਂ INC। ਠੀਕ ਹੈ। ਮੁਸਲਿਮ ਲੀਗ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਮਿਲੀਆਂ ਜੀ 73 ਸੀਟਾਂ। ਤੇ ਜੇਕਰ ਅਦਰਸ ਦੀ ਗੱਲ ਕਰ ਰਹੀ ਹੈ, ਹੋਰ ਜੋ ਵੀ ਹੈ
ਉਹਨਾਂ ਨੂੰ ਮਿਲੀਆਂ ਜੀ 15 ਸੀਟਾਂ। ਟੋਟਲ ਹੋ ਗਈਆਂ 296। ਠੀਕ ਹੈ ਜੀ, ਜੋੜ ਕਰ ਲੈਂਦੇ ਆ 11 16 1 10 ਤੇ 27 28 ਤੇ 29 296। ਠੀਕ ਹੈ, ਤਾਂ 296 ਸੀਟਾਂ ਟੋਟਲ। INC ਨੂੰ ਬਹੁਮਤ ਮਿਲ ਗਿਆ 208 ਸੀਟਾਂ ਦਾ। अब मुस्लिम लीग ਨੂੰ 73 ਤੇ ਜੋ 15 ਸੀਟਾਂ ਨੇ ਉਹ ਅਦਰਸ ਨੂੰ। ਹੁਣ ਮੁਸਲਿਮ ਲੀਗ ਸ਼ੁਰੂ ਤੋਂ ਹੀ ਇਹ ਡਿਮਾਂਡ ਰੱਖ ਲਈ ਸੀ ਕਿ ਸਾਡਾ ਜੋ ਸਾਡੀ ਕੰਟਰੀ ਹੈ ਨਾ, ਸਾਡਾ ਮੁਸਲਿਮ ਸਮਾਜ ਹੈ, ਕਿਉਂਕਿ ਉਹਨਾਂ ਨੂੰ 1919 ਐਕਟ 1909 ਐਕਟ ਦੇ ਵਿੱਚ ਵੀ ਕਿਊਮੂਲਰ ਇਲੈਕਟੋਰੇਟ ਕੀਤਾ ਗਿਆ ਸੀ ਕਿ ਮੁਸਲਿਮ ਜੋ ਸਮਾਜ ਹੈ ਨਾ ਉਹ ਕੀ ਹੈ, ਮੁਸਲਿਮ ਨੂੰ ਹੀ ਵੋਟ ਪਾ ਸਕਦਾ ਹੈ। ਮੁਸਲਿਮ ਵਾਲਾ ਸਿਰਫ ਕੀ ਹੈ, ਮੁਸਲਿਮ ਨੂੰ ਹੀ ਵੋਟ ਪਾਏਗਾ। ਹੁਣ ਇਹਨਾਂ ਦੇ ਜੋ ਮੁਸਲਿਮ ਲੀਗ ਦੇ ਹੈੱਡ ਹੁੰਦੇ ਨੇ, ਹੁਣ ਉਹ 16 ਅਗਸਤ 1946 16 ਅਗਸਤ 1946 ਨੂੰ ਕੀ ਕਰਦੇ ਨੇ, ਐਕਸ਼ਨ ਡਿਕਲੇਅਰ ਕਰਦੇ ਨੇ। ਐਕਸ਼ਨ ਡਿਕਲੇਅਰ ਕੀ ਨਾਮ ਹੁੰਦਾ ਉਹਨਾਂ ਦਾ, ਮੁਹੰਮਦ ਅਲੀ ਜਿਨਾਹ। ਮੁਹੰਮਦ ਅਲੀ ਮੁਹੰਮਦ ਅਲੀ ਜਿਨਾਹ। ਹੁਣ ਇਹ ਕੀ ਕਰਦੇ ਨੇ, ਐਕਸ਼ਨ ਡਿਕਲੇਅਰ ਕਰਦੇ ਨੇ ਵੀ ਅਸੀਂ ਤੁਹਾਡੀ ਜੋ ਕੌਨਸਟੀਟਿਊਸ਼ਨ ਅਸੈਂਬਲੀ ਬਣੀ ਹੈ ਇਹਦੇ ਵਿੱਚ ਅਸੀਂ ਕੋਈ ਵੀ ਪਾਰਟੀਸਪੇਟ ਨਹੀਂ ਕਰਾਂਗੇ। ਸਾਨੂੰ ਤਾਂ ਸਿਰਫ ਕੀ ਹੈ, ਇੱਕ ਸਾਡਾ ਦੇਸ਼ ਹੈ ਜੋ ਅਲੱਗ ਚਾਹੀਦਾ ਹੈ, ਸਾਡੇ ਮੁਸਲਿਮ ਸਮਾਜ ਦੇ ਲਈ ਕੀ ਹੈ, ਅਲੱਗ ਦੇਸ਼ ਚਾਹੀਦਾ। ਬਸ ਉਹਨਾਂ ਨੇ ਸਿੰਪਲੀ ਆਹੀ ਗੱਲ ਕੀਤੀ ਸੀ। ਔਰ ਜੋ ਫਸਟ ਮੀਟਿੰਗ ਹੋਈ ਸੀਗੀ ਜੀ, ਫਸਟ ਮੀਟਿੰਗ ਹੋਈ ਸੀ 9 ਦਸੰਬਰ 1946। ਕਲੀਅਰ ਹੋ ਗਿਆ ਜੀ। 9 ਦਸੰਬਰ 1946 ਨੂੰ ਹੋਈ ਸੀਗੀ। ਕਿੱਥੇ ਹੋਈ ਸੀਗੀ ਜੀ, ਨਿਊ ਦਿੱਲੀ ਦੇ ਵਿੱਚ। ਨਿਊ ਦਿੱਲੀ ਦੇ ਵਿੱਚ ਫਸਟ ਮੀਟਿੰਗ ਹੋਈ। ਔਰ ਜੋ ਡਾਕਟਰ ਸਚਿਦਾਨੰਦ ਸਿਨਹਾ ਸੀਗੇ ਉਹਨਾਂ ਨੂੰ ਪ੍ਰੈਜ਼ੀਡੈਂਟ ਉਸ ਮੀਟਿੰਗ ਦਾ ਇਲੈਕਟ ਕੀਤਾ ਗਿਆ। ਡਾਕਟਰ ਸਚਿਦਾਨੰਦ सिन्हा, डॉक्टर सचिदानंद सिन्हा इलैक्टेड एज अ प्रेजिडेंट ऑफ द असैंबली। ठीक है जी। हुण उस तो बाद की हुंदा है 11 दसंबर 1946 ਨੂੰ ਮੀਟਿੰਗ ਹੁੰਦੀ ਹੈ। ਔਰ 11 ਦਸੰਬਰ ਨੂੰ ਜੋ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਹੈ, ਪਰਮਾਨੈਂਟ ਡਾਕਟਰ ਰਜਿੰਦਰਾ ਪ੍ਰਸਾਦ ਨੂੰ ਪਰਮਾਨੈਂਟ ਅਸੈਂਬਲੀ ਦਾ ਮੈਂਬਰ ਬਣਾ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਡਾਕਟਰ ਰਜਿੰਦਰ ਪ੍ਰਸਾਦ ਸੀਗੇ ਜਿਹੜੇ, ਉਹਨਾਂ ਨੂੰ ਪਰਮਾਨੈਂਟ ਮੈਂਬਰ ਬਣਾ ਦਿੱਤਾ ਗਿਆ ਕੌਨਸਟੀਟਿਊਸ਼ਨ ਅਸੈਂਬਲੀ ਦਾ। ਠੀਕ ਹੈ ਜੀ। ਔਰ ਉਸ ਤੋਂ ਬਾਅਦ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀਗੇ, 2 ਵਾਈਸ ਪ੍ਰੈਜ਼ੀਡੈਂਟ ਬਣਾਏ ਗਏ ਜੀ। ਉਹਨਾਂ ਦਾ ਨਾਮ ਕੀ ਸੀਗਾ, HC ਮੁਖਰਜੀ ਐਂਡ ਜੋ ਆਪਣੇ ਸੀਗੇ ਕ੍ਰਿਸ਼ਨਾ ਮੰਚਰਾਈ, ਕ੍ਰਿਸ਼ਨਾ ਮੰਚਰਾਈ। ਇਹ ਦੋਨੋਂ ਕੀ ਸੀਗੇ, ਆਪਣੇ ਵਾਈਸ ਪ੍ਰੈਜ਼ੀਡੈਂਟ ਸੀਗੇ। ਕਲੀਅਰ ਹੋ ਗਿਆ ਜੀ। ਦੈਨ ਉਸ ਤੋਂ ਬਾਅਦ ਕੀ ਹੈ, ਇਹ ਜੋ ਮੀਟਿੰਗ ਸੀਗੀ, ਇਹ ਮੀਟਿੰਗ ਕਿੰਨੇ ਮੈਂਬਰਸ ਦੇ ਦੁਆਰਾ ਅਟੈਂਡ ਕੀਤੀ ਗਈ, ਮੈਂਬਰਸ 211 ਮੈਂਬਰਸ ਹੀ ਆਏ ਸੀ। ਕਿਉਂਕਿ ਦੇਖੋ ਅਗਸਤ ਦੇ ਵਿੱਚ ਤਾਂ ਉਹਨਾਂ ਨੇ ਆਪਣਾ ਡਾਇਰੈਕਟ ਐਕਸ਼ਨ ਡਿਕਲੇਅਰ ਕਰਤਾ ਸੀਗਾ, ਤਾਂ ਉਹ 73 ਮੁਸਲਿਮ ਲੀਗ ਵਾਲੇ ਤਾਂ ਆਉਣੇ ਹੀ ਨਹੀਂ ਸੀਗੇ, ਉਹ ਤਾਂ ਸ਼ੋਰ ਹੀ ਸੀਗਾ। ਹੁਣ 208 ਬੰਦੇ ਕੌਣ ਸੀਗੇ, ਇੰਡੀਅਨ ਨੈਸ਼ਨਲ ਕਾਂਗਰਸ, ਔਰ ਜੋ 15 ਅਦਰ ਸੀ ਨਾ ਉਹਨਾਂ ਦੇ ਵਿੱਚੋਂ ਕੁਝ ਮੈਂਬਰ ਆਏ ਸੀਗੇ। ਕਲੀਅਰ ਹੋ ਗਿਆ ਜੀ। ਉਸ ਤੋਂ ਬਾਅਦ ਗੱਲ ਆਉਂਦੀ ਹੈ ਜੀ 13 ਦਸੰਬਰ 1946। 13 ਦਸੰਬਰ 1946 ਨੂੰ ਆਬਜੈਕਟਿਵ ਜਿਹੜਾ ਹੈ ਰੈਜ਼ੋਲੂਸ਼ਨ ਪਾਸ ਕੀਤਾ ਜਾਂਦਾ ਹੈ। ਕਿਹਨਾਂ ਦੇ ਵੱਲੋਂ, ਕਮੇਟੀ ਦੇ ਵੱਲੋਂ। ਇਹ ਜੋ ਆਬਜੈਕਟਿਵ ਜੋ ਰੈਜ਼ੋਲੂਸ਼ਨ ਆਇਆ ਸੀਗਾ, ਇਹ ਅੱਗੇ ਜਾ ਕੇ ਨਾ ਜੋ ਗੱਲਾਂ ਸੀਗੀਆਂ
ये अगे मॉडिफाई होके ना प्रैम्बल बनेगा, आपां ये डिस्कस करांगे। प्रैम्बल कोई बाद विच नहीं बनेगा, जो ऑब्जैक्टिव रेजोल्यूशन सी ना उहनूं ही अगे मॉडिफाई करके प्रैम्बल बना दिता जाएगा। ठीक है जी, तो ये अडॉप्ट किया गया सीगा 13 दसंबर 1946 ਨੂੰ ਇਹਦੀ ਗੱਲ ਹੋਈ। ਉਸ ਤੋਂ ਬਾਅਦ ਅੱਗੇ ਅੱਗੇ ਜੋ ਵੀ ਗੱਲਾਂ ਰੱਖੀਆਂ ਗਈਆਂ, ਉਸ ਤੋਂ ਬਾਅਦ ਆਬਜੈਕਟਿਵ ਜਿਹੜਾ ਰੈਜੂਲੇਸ਼ਨ ਹੈ ਇਹਨੂੰ ਅਡਾਪਟਡ ਕਦੋਂ ਕੀਤਾ ਗਿਆ ਜੀ? ਅਡਾਪਟਡ ਜੋ ਆਬਜੈਕਟਿਵ ਰੈਜੂਲੇਸ਼ਨ ਹੈ ਇਹਨੂੰ ਅਡਾਪਟ ਕਦੋਂ ਕੀਤਾ ਗਿਆ? 22 ਜਨਵਰੀ 1947। 22 ਜਨਵਰੀ 1947 ਨੂੰ ਆਬਜੈਕਟਿਵ ਰੈਜੂਲੇਸ਼ਨ ਹੈ ਜਿਹੜਾ ਉਹਨੂੰ ਕੀ ਹੈ ਅਡਾਪਟ ਕਰ ਲਿਆ ਗਿਆ। ਇਹਦੇ ਵਿੱਚ ਕੀ ਗੱਲਾਂ ਸੀਗੀਆਂ ਮੇਨ, ਤੁਸੀਂ ਆਪਾਂ ਬਰੀਫਲੀ ਡਿਸਕਸ ਕਰ ਲਈਏ ਤਾਂ ਇੰਡੀਪੈਂਡੈਂਸ ਹੋ ਗਈ, ਰਿਪਬਲਿਕ ਹੋ ਗਿਆ, ਜਾਂ ਸਟੇਟ ਦੀ ਬਾਉਂਡਰੀ ਹੈ ਜੋ ਦੁਬਾਰਾ ਰੀਆਰਗਨਾਈਜੇਸ਼ਨ ਕਰਕੇ ਦੁਬਾਰਾ ਬਣਾਈ ਜਾਏਗੀ, ਐਵੇਂ ਹੀ ਗੱਲਾਂ ਕੀਤੀਆਂ ਗਈਆਂ ਸੀ ਸਾਰੀਆਂ। ਕਲੀਅਰ ਹੈ ਜੀ? ਤਾਂ ਇਹ ਸਾਰੀਆਂ ਗੱਲਾਂ ਨੂੰ ਆਬਜੈਕਟਿਵ ਰੈਜ਼ੋਲੂਸ਼ਨ ਦੇ ਵਿੱਚ ਐਡ ਕੀਤਾ ਗਿਆ। ਔਰ ਆਬਜੈਕਟਿਵ ਰੈਜ਼ੋਲੂਸ਼ਨ ਹੈ ਜੋ ਉਹ ਕਦੋਂ ਅਡਾਪਟ ਕਦੋਂ ਕੀਤਾ ਗਿਆ, ਸਵੀਕਾਰ ਕਰ ਲਿਆ ਗਿਆ ਕੌਂਸਟੀਟਿਊਸ਼ਨ ਅਸੈਂਬਲੀ ਦੇ ਵੱਲੋਂ 22 ਜਨਵਰੀ 1947 ਨੂੰ। ਠੀਕ ਹੈ ਜੀ। ਉਸ ਤੋਂ ਬਾਅਦ ਜੋ ਆਪਣੇ ਇੰਡੀਪੈਂਡੈਂਸ ਐਕਟ ਆਇਆ ਸੀਗਾ, ਇੰਡੀਪੈਂਡੈਂਸ ਐਕਟ 1947, ਉਹਦੇ ਵਿੱਚ ਨਾ ਕੁਝ ਚੇਂਜਸ ਕੀਤੇ ਗਏ। ਉਹ ਆਪਾਂ ਹਿਸਟਰੀ, ਮਾਡਰਨ ਹਿਸਟਰੀ ਦੇ ਵਿੱਚ ਗੱਲ ਕਰਾਂਗੇ। ਐਕਟ ਕੀ ਸੀਗਾ, ਗਵਰਨਮੈਂਟ ਆਫ ਇੰਡੀਆ ਐਕਟ 1935 ਕੀ ਸੀਗਾ, ਜਾਂ ਪਹਿਲੇ ਦੇ ਕੰਪਨੀ ਰੂਲ ਆ ਗਿਆ, ਬ੍ਰਿਟਿਸ਼ ਰੂਲ ਸੀਗੇ, ਚਾਰਟਰ ਐਕਟ ਸੀਗਾ, ਉਹ ਸਾਰੇ ਡਿਸਕਸ ਕਰਾਂਗੇ ਮਾਡਰਨ ਹਿਸਟਰੀ ਦੇ ਵਿੱਚ। ਸਿੰਪਲੀ ਇਹਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਿ ਜੋ ਕੌਂਸਟੀਟਿਊਸ਼ਨ ਸੀਗਾ ਉਹਨੂੰ ਪ੍ਰੋਸੈਸ ਕੀ ਸੀਗਾ ਬਣਾਉਣ। ਠੀਕ ਹੈ, ਤਾਂ ਜਿਹੜੀ ਅਸੈਂਬਲੀ ਕੀ ਹੋਵੇਗੀ, ਫੁੱਲ ਸੋਵਰਨ ਬੋਡੀ ਹੋਏਗੀ। ਜੋ ਅਸੈਂਬਲੀ ਹੈ ਨਾ ਉਹ ਫੁੱਲ ਸੋਵਰਨ ਬੋਡੀ ਹੋਏਗੀ। ਫਸਟ ਗੱਲ ਕੀਤੀ ਗਈ ਜੋ ਕੌਂਸਟੀਟਿਊਸ਼ਨ ਅਸੈਂਬਲੀ ਹੈ, ਜੋ ਇਹਦੇ ਵਿੱਚ ਮੇਨ ਗੱਲ ਕੀਤੀ ਗਈ ਸੀ, ਕੌਂਸਟੀਟਿਊਸ਼ਨਲ ਅਸੈਂਬਲੀ ਹੈ ਨਾ ਉਹ ਕੀ ਹੋਵੇਗੀ, ਆਲਸੋ ਹੈ ਲੈਜਿਸਲੇਚਰ ਆਲਸੋ। ਠੀਕ ਹੈ, ਹੁਣ ਕੌਂਸਟੀਟਿਊਸ਼ਨ ਅਸੈਂਬਲੀ ਹੈ, ਜਦੋਂ ਤੱਕ ਕੌਂਸਟੀਟਿਊਸ਼ਨ ਬਣਾਉਣਾ ਹੈ ਦੇਸ਼ ਦਾ, ਕੌਂਸਟੀਟਿਊਸ਼ਨ ਬਣਾਉਣਾ ਹੈ ਮੰਨ ਲਓ, ਤਾਂ ਐਜ਼ ਅ ਕੌਂਸਟੀਟਿਊਸ਼ਨਲ, ਤਾਂ ਕੌਂਸਟੀਟਿਊਸ਼ਨ ਦਾ ਜਦੋਂ ਕੰਮ ਕਰਨਗੇ ਤਾਂ ਉਦੋਂ ਕੌਂਸਟੀਟਿਊਸ਼ਨ ਅਸੈਂਬਲੀ ਕਹਾਂਗੇ। ਤਾਂ ਇਹਨਾਂ ਦੇ ਚੇਅਰਮੈਨ ਹੋਣਗੇ ਉਸ ਟਾਈਮ ਤੇ ਡਾਕਟਰ ਰਜਿੰਦਰਾ ਪ੍ਰਸਾਦ। ਡਾਕਟਰ ਰਜਿੰਦਰਾ ਪ੍ਰਸਾਦ। ਕਲੀਅਰ ਹੋ ਗਿਆ ਜੀ। ਬਟ ਜਦੋਂ ਦੇਸ਼ ਦੇ ਲਈ ਜੋ ਆਪਣੇ ਕਹਿ ਸਕਦੇ ਹਾਂ ਡੋਮੀਨਲ ਲੈਜਿਸਲੇਚਰ, ਦੇਸ਼ ਨੂੰ ਚਲਾਉਣਾ ਕਿਵੇਂ ਆ, ਲਾਅ ਬਣਾਉਣੇ ਨੇ, ਦੇਸ਼ ਦੇ ਲਈ ਲਾਅ ਬਣਾਉਣੇ ਨੇ, ਦੇਸ਼ ਦੇ ਜਿਹੜੇ ਆਰਡੀਨਰੀ ਲਾਅ ਨੇ ਨਾ ਉਹਨਾਂ ਨੂੰ ਬਣਾਉਣੇ ਨੇ, ਤਾਂ ਉਸ ਟਾਈਮ ਤੇ ਇਹਨਾਂ ਦਾ ਚੇਅਰਮੈਨ ਕੌਣ ਹੋਏਗਾ? ਉਸ ਟਾਈਮ ਤੇ ਇਹਨਾਂ ਦਾ ਚੇਅਰਮੈਨ ਹੋਏਗਾ ਜੀ.ਵੀ. ਮਾਵਾਲੰਕਰ। ਜੀ.ਵੀ. ਮਾਵਾਲੰਕਰ ਉਸ ਟਾਈਮ ਤੇ ਕੀ ਸੀਗੇ? ਸਪੀਕਰ ਸੀਗੇ ਜੀ.ਵੀ. ਮਾਵਾਲੰਕਰ। ਔਰ ਇਹ ਬੰਦੇ ਨੇ ਜੀ 17 ਨਵੰਬਰ 1947 ਨੂੰ ਜੋ ਕੀ ਹੈ ਅਪਾਇੰਟ ਹੁੰਦੇ ਨੇ। ਔਰ ਇਹ ਕੰਮ ਕਦੋਂ ਤੱਕ ਚੱਲਦਾ ਰਹੇਗਾ? 26 ਨਵੰਬਰ 1949 ਤੱਕ। 26 ਨਵੰਬਰ 1949 ਤੱਕ ਇਹ ਕੰਮ ਚੱਲਦਾ ਰਹੇਗਾ। ਜੋ ਦੇਸ਼ ਦੇ ਲਈ ਲਾਜ਼ ਨੇ ਜਾਂ ਕਾਨੂੰਨ ਨੇ ਉਹ ਬਣਾਉਣੇ ਨੇ। ਠੀਕ ਹੈ ਜੀ। ਤਾਂ ਮੁਸਲਿਮ ਲੀਗ ਨੇ ਕਹਿਤਾ ਸੀਗਾ ਵੀ ਸਾਡੀ ਸੈਪਰੇਟ ਇਲੈਕਟੋਰੇਟ ਜੋ ਕੌਂਸਟੀਟਿਊਸ਼ਨ ਅਸੈਂਬਲੀ ਹੋਏਗੀ ਸੈਪਰੇਟ। ਹੁਣ ਸੈਪਰੇਟ ਹੋਏਗੀ ਤਾਂ ਪਹਿਲਾਂ ਕੀ ਸੀਗੇ? ਟੋਟਲ 399 ਸੀਗੇ, 90 ਚਲੇ ਗਏ ਪਾਕਿਸਤਾਨ ਵੱਲ। ਹੁਣ ਰਹਿ ਮਗਰ ਪਿੱਛੇ ਕਿੰਨੇ ਗਏ? 299। ਠੀਕ ਹੈ, ਤਾਂ ਉਹਨਾਂ ਦੇ ਵਿੱਚੋਂ ਪ੍ਰਿੰਸਲੀ ਸਟੇਟ ਤੇ ਇਲੈਕਟਡ ਜੋ ਬੰਦੇ ਨੇ, ਗਵਰਨੈਂਸ ਜੋ ਬ੍ਰਿਟਿਸ਼ ਸਰਕਾਰ ਚਲਾ ਰਹੀ ਸੀ, ਉਹਨਾਂ ਦੇ ਵਿੱਚ ਚੇਂਜਸ ਕੀਤੇ ਗਏ। 229 ਦੂਸਰੇ ਰਹਿ ਗਏ ਔਰ 70 ਜੋ ਸੀਗੇ ਪ੍ਰਿੰਸਲੀ ਸਟੇਟਸ ਰਹਿ ਗਈਆਂ ਸੀਗੀਆਂ। ਪ੍ਰਿੰਸਲੀ ਸਟੇਟਸ। ਠੀਕ ਹੈ, ਪ੍ਰਿੰਸਲੀ ਸਟੇਟਸ ਰਹਿ ਗਈਆਂ। ਪ੍ਰਿੰਸਲੀ ਸਟੇਟਸ ਦੇ ਕੋਲ
ਪ੍ਰਿੰਸਲੀ ਸਟੇਟ 70 ਆ ਗਈਆਂ ਸੀਗੀਆਂ ਔਰ 229 ਜੋ ਇਲੈਕਟਡ ਮੈਂਬਰ ਆ ਗਏ ਸੀਗੇ। ਕਲੀਅਰ ਹੋ ਗਿਆ। ਔਰ ਉਸ ਤੋਂ ਬਾਅਦ ਕੁਝ ਇੰਪੋਰਟੈਂਟ ਫੰਕਸ਼ਨਸ ਨੇ, ਆਪਾਂ ਉਹਨਾਂ ਬਾਰੇ ਗੱਲ ਕਰ ਲਈਏ। ਤਾਂ ਜੋ ਆਪਣਾ ਨੈਸ਼ਨਲ ਫਲੈਗ ਸੀਗਾ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਕਦੋਂ ਕਦੋਂ ਅਡਾਪਟ ਕੀਤੇ ਗਏ ਆਪਣਾ ਨੈਸ਼ਨਲ ਫਲੈਗ, ਨੈਸ਼ਨਲ ਐਂਥਮ, ਨੈਸ਼ਨਲ ਸੌਂਗ। ਕਮੈਂਟ ਦੇ ਵਿੱਚ ਫਾਸਟ ਕਮੈਂਟ ਕਰੋ ਜੀ ਕਦੋਂ ਕਦੋਂ ਅਡਾਪਟ ਕੀਤੇ ਗਏ। ਕਮੈਂਟ ਕਰਨਾ ਤੁਹਾਡਾ ਕੀ ਯਾਦ ਹੋ ਜਾਏਗਾ। ਨੈਸ਼ਨਲ ਸੌਂਗ ਔਰ ਫਸਟ ਪ੍ਰੈਜ਼ੀਡੈਂਟ ਜੋ ਜਦੋਂ ਤੱਕ ਆਪਣੀ ਪਾਰਲੀਮੈਂਟ ਨਹੀਂ ਬਣਦੀ ਗੀ ਤਾਂ ਡਾਕਟਰ ਰਜਿੰਦਰ ਪ੍ਰਸਾਦ ਰਹਿਣਗੇ, ਉਹ ਕਦੋਂ ਦੱਸਿਆ ਗਿਆ ਸੀਗਾ। ਚਲੋ ਇਹ ਵੀ ਦੱਸ ਦਿੰਦੇ ਆ, ਡਾਕਟਰ ਰਜਿੰਦਰਾ ਪ੍ਰਸਾਦ, ਡਾਕਟਰ ਰਜਿੰਦਰਾ ਪ੍ਰਸਾਦ, ਡਾਕਟਰ ਰਜਿੰਦਰਾ ਪ੍ਰਸਾਦ ਹੀ ਰਹਿਣਗੇ। ਕਦੋਂ ਤੱਕ ਰਹਿਣਗੇ। ਨੈਸ਼ਨਲ ਫਲੈਗ ਅਡਾਪਟ ਕੀਤਾ ਗਿਆ ਜੀ 22 ਜੁਲਾਈ 1947। ਕਲੀਅਰ ਹੋ ਗਿਆ ਜੀ। ਨੈਸ਼ਨਲ ਐਂਥਮ ਦੀ ਗੱਲ ਕਰੀਏ ਤਾਂ 24 ਜਨਵਰੀ 1950। ਕਲੀਅਰ ਹੋ ਗਿਆ। ਨੈਸ਼ਨਲ ਸੌਂਗ ਦੀ ਗੱਲ ਕਰੀਏ ਤਾਂ 24 ਜਨਵਰੀ 1950। ਠੀਕ ਹੈ ਜੀ। ਤਾਂ ਜਿੰਨੀ ਦੇਰ ਤੱਕ ਪਾਰਲੀਮੈਂਟ ਨਹੀਂ ਬਣਦੀ ਗੀ ਉਸ ਟਾਈਮ ਤੇ ਫਸਟ ਜੋ ਪ੍ਰੈਜ਼ੀਡੈਂਟ ਨੇ ਓਨੀ ਦੇਰ ਜੋ ਪ੍ਰੋਵੀਜ਼ਨਲ ਆਪਣੇ ਕੌਨਸਟੀਟਿਊਸ਼ਨਲ ਹੈ ਉਹਨੂੰ ਚਲਾਉਣ ਦੇ ਲਈ ਇੱਕ ਰਾਸ਼ਟਰਪਤੀ ਦੀ ਲੋੜ ਹੈ। ਤਾਂ ਉਹ ਰਾਸ਼ਟਰਪਤੀ ਕੌਣ ਹੋਣਗੇ। ਡਾਕਟਰ ਰਜਿੰਦਰਾ ਪ੍ਰਸਾਦ। ਕਦੋਂ ਦੱਸਿਆ ਗਿਆ ਜੀ 24 ਜਨਵਰੀ 1950 ਨੂੰ ਹੀ ਦੱਸਿਆ ਗਿਆ ਹੈ। ਕਲੀਅਰ ਹੋ ਗਿਆ। ਇਹ ਕਿਹਨਾਂ ਨੇ ਇਲੈਕਟ ਕੀਤਾ ਸੀ। ਇਹ ਇਲੈਕਟ ਹੀ ਕੀਤਾ ਸੀਗਾ, ਲੋਕਾਂ ਨੇ ਨਹੀਂ ਕੀਤਾ ਸੀ। ਉਸ ਟਾਈਮ ਤੇ ਜੋ ਕੌਨਸਟੀਟਿਊਸ਼ਨਲ ਅਸੈਂਬਲੀ ਸੀ ਨਾ ਉਹਨਾਂ ਨੇ ਇਲੈਕਟ ਕੀਤਾ ਸੀ ਇਹਨਾਂ ਨੂੰ ਵੀ ਇਹ ਹੀ ਅੱਗੇ ਰਜਿੰਦਰਾ ਪ੍ਰਸਾਦ ਜੀ ਹੋਣਗੇ। ਤਾਂ ਟਾਈਮ ਕਿੰਨਾ ਲੱਗਿਆ, ਜੇਕਰ ਅਪਰੋਕਸੀਮੇਟ ਗੱਲ ਕੀਤੀ ਜੇ ਤਾਂ ਫਿਰ ਆ ਜਾਏਗਾ 3 ਈਅਰ। ਜੇਕਰ ਐਗਜ਼ੈਕਟ ਗੱਲ ਕਰਦੇ ਹੋ ਤਾਂ 2 ਸਾਲ 11 ਮੰਥ 18 ਡੇਜ਼ ਆ ਜਾਏਗਾ ਜੀ। ਔਰ ਕੋਸਟ ਦੀ ਗੱਲ ਕਰੀਏ ਤਾਂ 64 ਲੱਖ ਆ ਜਾਏਗਾ। ਠੀਕ ਹੈ। ਇੰਡੀਅਨ ਰੁਪੀਜ਼ ਦੇ ਅਕੋਰਡਿੰਗ ਜੇਕਰ ਗੱਲ ਕੀਤੀ ਜੇ ਤਾਂ 64 ਆਪਣੇ ਲੱਖ ਆ ਜਾਏਗਾ। ਹੁਣ ਫਸਟ ਜਿਹੜੀ ਇਲੈਕਸ਼ਨ ਹੋਏ ਸੀਗੇ, ਫਸਟ ਇਲੈਕਟਡ ਪਾਰਲੀਮੈਂਟ ਬਣੀ ਸੀਗੀ, ਫਸਟ ਇਲੈਕਟਡ ਪਾਰਲੀਮੈਂਟ ਬਣੀ ਸੀਗੀ। ਉਹ ਬਣੀ ਸੀਗੀ ਅਪਰੋਕਸੀਮੇਟ ਮਈ 1952 ਦੇ ਵਿੱਚ ਬਣੀ ਸੀਗੀ। ਤਾਂ 24 ਜਨਵਰੀ 1950 ਤੋਂ ਲੈ ਕੇ 17 ਅਪ੍ਰੈਲ 1952 ਤੱਕ ਜੋ ਕੌਨਸਟੀਟਿਊਸ਼ਨ ਅਸੈਂਬਲੀ ਸੀਗੀ ਉਹਨਾਂ ਨੇ ਕਿਹਾ ਸੀਗਾ, ਕਿਹਨਾਂ ਨੇ ਕਿਹਾ ਸੀਗਾ, ਸੈਡ ਬਾਏ ਸੀਏ। ਕੌਨਸਟੀਟਿਊਸ਼ਨ ਅਸੈਂਬਲੀ ਨੇ ਕੀ ਕਿਹਾ ਸੀਗਾ ਵੀ ਇਹ ਸਾਡੀ ਹੋਏਗੀ ਪ੍ਰੋਵੀਜ਼ਨਲ ਪਾਰਲੀਮੈਂਟ। ਇਹ ਸਾਡੀ ਪ੍ਰੋਵੀਜ਼ਨਲ ਪਾਰਲੀਮੈਂਟ ਹੈ, ਨੋਟ ਕੀ ਇਲੈਕਟਡ ਹੈ। ਤਾਂ ਕੁਝ ਕਮੇਟੀਜ਼ ਬਣਾਈਆਂ ਗਈਆਂ ਸੀਗੀਆਂ। ਉਹਨਾਂ ਦੇ ਵਿੱਚੋਂ ਇੱਕ ਮੇਨ ਕਮੇਟੀ ਜੋ ਆਪਾਂ ਡਿਸਕਸ ਕਰਾਂਗੇ ਉਹ ਸੀਗੀ ਡਰਾਫਟਿੰਗ ਕਮੇਟੀ। ਠੀਕ ਹੈ ਜੀ। ਡਰਾਫਟਿੰਗ ਕਮੇਟੀ, ਡਰਾਫਟਿੰਗ ਕਮੇਟੀ ਕਦੋਂ ਬਣਾਈ ਗਈ ਸੀਗੀ। ਫਸਟ ਆਪਾਂ ਗੱਲ ਕਰਦੇ ਹਾਂ ਕੁਐਸਚਨ ਜਿਹੜਾ ਆਉਂਦਾ ਡਰਾਫਟਿੰਗ ਕਮੇਟੀ ਕਦੋਂ ਬਣਾਈ ਗਈ ਸੀਗੀ। ਤਾਂ 29 ਅਗਸਤ 1947 ਔਰ ਲਗਭਗ ਇਹਨਾਂ ਨੇ 141 ਡੇਜ਼ 41 ਡੇਜ਼ ਕੰਮ ਕੀਤਾ। ਠੀਕ ਹੈ, ਜੋ ਕੌਨਸਟੀਟਿਊਸ਼ਨ ਨੂੰ ਡਰਾਫਟ ਕਰਨ ਦੇ ਲਈ। ਔਰ ਇਹਨਾਂ ਦੇ ਚੇਅਰਮੈਨ ਸੀਗੇ ਡਾਕਟਰ BR ਅੰਬੇਦਕਰ। ਔਰ ਟੋਟਲ ਮੈਂਬਰਾਂ ਦੀ ਗੱਲ ਕੀਤੀ ਜੇ, ਟੋਟਲ ਮੈਂਬਰਸ ਕਿੰਨੇ ਸੀਗੇ ਜੀ 7। ਕਲੀਅਰ ਹੋ ਗਿਆ ਜੀ। ਔਰ ਇਹਨਾਂ ਨੇ ਫਸਟ ਜੋ ਡਰਾਫਟ ਹੈ ਨਾ ਪੇਸ਼ ਕੀਤਾ ਸੀਗਾ, ਫਸਟ ਡਰਾਫਟ ਪੇਸ਼ ਕੀਤਾ ਸੀਗਾ ਉਹ ਕੀਤਾ ਸੀ ਫਰਵਰੀ 1948 ਦੇ ਵਿੱਚ ਪਬਲਿਸ਼ ਕੀਤਾ ਸੀਗਾ। ਫਿਰ ਉਸ ਤੋਂ ਬਾਅਦ ਉਹਨਾਂ ਤੇ ਅੱਗੇ ਕੀ ਹੈ ਡਿਬੇਟ ਚੱਲੀ। ਉਸ ਤੋਂ ਬਾਅਦ ਉਹਨਾਂ ਤੇ ਫਿਰ ਅੱਗੇ ਆਰਗੂਮੈਂਟਸ ਹੋਣਗੇ।
दूसरा जो इन्होंने सैकेंड पब्लिश किया सी वो अक्तूबर 1948 ਦੇ ਵਿੱਚ ਕੀਤਾ ਸੀਗਾ ਸੈਕਿੰਡ ਪਬਲਿਸ਼। ਉਸੋ ਸਟੂਡੈਂਟਸ ਕਲੀਅਰ ਹੋ ਰਿਹਾ ਹੋਏਗਾ ਤੁਹਾਨੂੰ ਕਿ ਆਪਾਂ ਬਿਲਕੁਲ ਸਿੰਪਲ ਲੈਂਗੁਏਜ ਦੇ ਵਿੱਚ ਕਰ ਰਹੇ ਹਾਂ, ਨਾਲ ਦੀ ਨਾਲ ਤੁਸੀਂ ਜੋ ਵੀ ਹੈ ਨਾ ਨੋਟ ਜ਼ਰੂਰ ਕਰਦੇ ਜਾਇਓ। ਅੱਗੇ ਹੁਣ ਪਬਲਿਸ਼ ਹੋ ਗਿਆ ਔਰ ਹੁਣ ਗੱਲ ਕਰਦੇ ਹਾਂ ਆਪਾਂ ਇਹਨਾਂ ਨੂੰ ਲਾਗੂ ਕੀਤਾ ਗਿਆ। ਲਾਗੂ ਕਿਵੇਂ ਕੀਤਾ ਗਿਆ, ਕੀ ਪ੍ਰੋਸੈਸ ਦੇ ਵਿੱਚੋਂ ਲੰਘਣਾ ਪਿਆ, ਕੀ ਕੰਮ ਕਰਨੇ ਪਏ। ਅਨੈਚਮੈਂਟ ਮੀਨਸ ਲਾਗੂ ਕੀਤਾ ਗਿਆ। ਅਨੈਚਮੈਂਟ ਆਫ ਦਾ ਕਨਸਟੀਟਿਊਸ਼ਨ, ਅਨੈਚਮੈਂਟ ਆਫ ਦਾ ਕਨਸਟੀਟਿਊਸ਼ਨ। ਤਾਂ ਗੱਲ ਕਰੀਏ ਫਸਟ ਪੁਆਇੰਟ ਦੀ, ਤਾਂ ਫਸਟ ਰੀਡਿੰਗ ਆਫ ਕਨਸਟੀਟਿਊਸ਼ਨ, ਜੋ ਕਨਸਟੀਟਿਊਸ਼ਨ ਬਣ ਗਿਆ ਸੀਗਾ ਉਹਦੀ ਫਸਟ ਰੀਡਿੰਗ ਹੋਈ। ਕਦੋਂ ਹੋਈ ਜੀ? ਫਸਟ ਰੀਡਿੰਗ ਆਫ ਦਾ ਕਨਸਟੀਟਿਊਸ਼ਨ, ਫਸਟ ਰੀਡਿੰਗ ਆਫ ਦਾ ਕਨਸਟੀਟਿਊਸ਼ਨ ਇਹ ਹੋਈ ਸੀਗੀ ਜੀ ਨਵੰਬਰ 4 ਨੂੰ, ਨਵੰਬਰ 4 1948 ਨੂੰ, 4 ਨਵੰਬਰ 1948 ਨੂੰ ਹੋਈ ਜੀ ਫਸਟ ਰੀਡਿੰਗ। ਔਰ ਇਹਨਾਂ ਤੇ ਜਰਨਲ ਡਿਸਕਸ ਕੀਤਾ ਗਿਆ। ਕਿੰਨੇ ਦਿਨ ਕੀਤਾ ਗਿਆ ਜਰਨਲੀ? ਜਰਨਲ ਡਿਸਕਸ ਕੀਤਾ ਗਿਆ ਸੀ, ਓਨਲੀ ਡਿਸਕਸ਼ਨ ਚੱਲੀ ਸੀਗੀ। ਕਿੰਨੇ ਦਿਨ ਦੀ ਚੱਲੀ ਸੀ? 5 days ਦੀ। ਹੁਣ 5 ਦਿਨਾਂ ਦੀ ਚੱਲੀ ਸੀ ਤਾਂ 5 ਦਿਨ ਤੋਂ ਬਾਅਦ ਕਦੋਂ ਖਤਮ ਹੋਈ ਜੀ? 9 ਦਸੰਬਰ 1948 ਨੂੰ। 9 ਦਸੰਬਰ 1948 ਨੂੰ ਇਹਦੇ ਤੇ ਸਿਰਫ ਕੀ ਹੈ ਡਿਸਕਸ ਕੀਤਾ ਗਿਆ। ਉਸ ਤੋਂ ਬਾਅਦ ਜੋ ਸੈਕਿੰਡ ਰੀਡਿੰਗ ਹੈ ਨਾ, ਮੋਸਟ ਇੰਪੋਰਟੈਂਟ ਜੋ ਰੀਡਿੰਗ ਹੋਈ ਸੀ ਉਹ ਹੋਈ ਸੀ ਸੈਕਿੰਡ ਜੋ, ਔਰ ਇਹ ਕਾਫੀ ਲੰਬਾ ਸਮਾਂ ਚੱਲੇਗੀ। ਸੈਕਿੰਡ ਰੀਡਿੰਗ ਜੋ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀਗਾ ਉਹਦੇ ਵਿੱਚ ਕੀ ਸੀਗੀ, ਹੁਣ ਰੀਡਿੰਗ ਕੀਤੀ ਗਈ। ਫਸਟ ਰੀਡਿੰਗ ਕੀਤੀ ਗਈ 4 ਨਵੰਬਰ 1948 ਨੂੰ। ਜਰਨਲ ਡਿਸਕਸ ਹੋਈ ਓਨਲੀ ਸਾਰੇ ਸੰਵਿਧਾਨ ਨੂੰ ਲੈ ਕੇ, ਹੋਈ ਸੀਗੀ 5 ਦਿਨ ਦੀ। ਬਟ ਜੋ ਉਸ ਤੋਂ ਬਾਅਦ ਸੈਕਿੰਡ ਰੀਡਿੰਗ ਹੋਈ ਉਹ ਕੀ ਹੋਏਗੀ? 1 by 1, ਉਹ 1 by 1 ਆਰਟੀਕਲ, ਜਿੰਨੇ ਵੀ ਟੋਟਲ ਆਰਟੀਕਲ ਸੀ ਨਾ 1 by 1 ਆਰਟੀਕਲ ਕਰਨਗੇ। ਇੱਕ ਤੋਂ ਬਾਅਦ ਦੂਸਰਾ ਆਰਟੀਕਲ, ਦੂਸਰੇ ਬਾਅਦ ਤੀਸਰਾ। ਠੀਕ ਹੈ ਜੀ। ਤਾਂ ਇਹ ਜੋ ਸਟਾਰਟ ਹੋਇਆ ਸੀਗਾ ਇਹ ਹੋਇਆ ਸੀਗਾ ਆਪਣੇ 15 ਨਵੰਬਰ 1948 ਨੂੰ। ਜੋ ਸੈਕਿੰਡ ਰੀਡਿੰਗ ਹੋਈ ਸੀ ਕਨਸਟੀਟਿਊਸ਼ਨ ਦੀ ਉਹ ਸਟਾਰਟ ਹੋਈ ਸੀ 15 ਨਵੰਬਰ 1948 ਤੋਂ ਔਰ ਇਹਦਾ ਐਂਡ ਹੋਇਆ ਸੀਗਾ ਜੀ 17 ਅਕਤੂਬਰ 1949 ਨੂੰ। ਦੇਖ ਲਓ ਤੁਸੀਂ ਕਿੰਨਾ ਟਾਈਮ ਲੱਗਿਆ ਹੋਇਆ। ਠੀਕ ਹੈ ਜੀ। ਇਹਦੇ ਵਿੱਚ ਅਪਰੋਕਸੀਮੇਟ 7653 ਨੇ ਜੋ ਅਮੈਂਡਮੈਂਟਸ ਬਾਰੇ ਕਿਹਾ ਗਿਆ ਕਿ ਅਮੈਂਡਮੈਂਟਸ ਹੋਣ ਵਾਲੀਆਂ, ਸੋਧ ਹੋਣ ਵਾਲੀਆਂ ਨੇ। ਠੀਕ ਹੈ ਜੀ। ਬਟ ਇਹਦੇ ਵਿੱਚੋਂ 2473 ਸੀ ਜੋ ਜਿਨ੍ਹਾਂ ਨੂੰ ਐਕਚੁਅਲੀ ਜੋ ਅਮੈਂਡ ਕੀਤਾ ਗਿਆ। ਠੀਕ ਹੈ। ਐਕਚੁਅਲੀ ਕੀ ਹੈ? ਅਮੈਂਡ ਕੀਤਾ ਗਿਆ ਸੀਗਾ। ਔਰ ਜੋ 7653 ਸੀ ਟੋਟਲ ਅਮੈਂਡਮੈਂਟ ਸਾਹਮਣੇ ਆਈਆਂ ਸੀਗੀਆਂ, ਬਟ ਜੋ 2473 ਨੇ ਨਾ ਇਹਨਾਂ ਤੇ ਐਕਚੁਅਲੀ ਕੋਈ ਕਾਰਵਾਈ ਕੀਤੀ ਸੀ ਕਿ ਇਹਨਾਂ ਨੇ ਜੋ ਆਪਣੀ ਕਨਸਟੀਟਿਊਸ਼ਨ ਅਸੈਂਬਲੀ ਸੀਗੀ, ਅਸੈਂਬਲੀ ਦੇ ਵੱਲੋਂ। ਅੱਗੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਥਰਡ ਰੀਡਿੰਗ ਦੀ। ਹੁਣ ਫਸਟ ਹੋ ਗਈ, ਸੈਕਿੰਡ ਹੋ ਗਈ ਔਰ ਇਸ ਤੋਂ ਬਾਅਦ ਥਰਡ ਰੀਡਿੰਗ ਵੀ ਹੋਣੀ ਸੀਗੀ। ਥਰਡ ਰੀਡਿੰਗ ਦੇ ਵਿੱਚ ਕੀ ਹੁੰਦਾ ਜੀ? 14 ਨਵੰਬਰ 1949 ਨੂੰ, 14 ਨਵੰਬਰ 1949 ਨੂੰ ਹੋਈ ਰੀਡਿੰਗ। ਠੀਕ ਹੈ ਜੀ। ਉਸ ਤੋਂ ਬਾਅਦ ਸਾਰਿਆਂ ਦੇ ਸਿਗਨੇਚਰ ਕੀਤੇ ਗਏ ਜੀ, ਜਿੰਨੇ ਵੀ ਮੈਂਬਰ ਸੀਗੇ ਨਾ, ਸਾਰੇ ਮੈਂਬਰ ਜਿੰਨੇ ਵੀ ਪਾਰਟਿਸਿਪੇਟ ਸੀਗੇ ਉਹਨਾਂ ਦੇ ਸਿਗਨੇਚਰ ਕੀਤੇ ਗਏ। ਕਿਹਦੇ ਤੇ? ਕਨਸਟੀਟਿਊਸ਼ਨਲ ਡਰਾਫਟ ਦੇ ਉੱਪਰ। ਕਦੋਂ ਕੀਤੇ ਗਏ? ਕਨਸਟੀਟਿਊਸ਼ਨਲ ਡਰਾਫਟ ਕਦੋਂ ਕੀਤੇ ਗਏ ਜੀ? 26 ਨਵੰਬਰ 1949 ਨੂੰ। ਇਸ ਦਿਨ ਆਪਣਾ ਸੰਵਿਧਾਨ ਨੂੰ ਕੀ ਅਡਾਪਟ ਕਰ ਲਿਆ ਗਿਆ ਸੀਗਾ। 26 ਨਵੰਬਰ 1949 ਨੂੰ ਸਿਗਨੇਚਰ ਕੀਤੇ ਗਏ ਔਰ ਇਹ ਦਿਨ ਬੜਾ ਵਧੀਆ ਸੀਗਾ, ਜਾਂ ਕਹਿ ਸਕਦੇ ਹੋ ਰੇਨੀ ਡੇ ਸੀਗਾ ਜਿਸ ਦਿਨ ਸਿਗਨੇਚਰ ਕੀਤੇ ਗਏ। ਬਾਹਰ ਥੋੜੀ ਹਲਕਾ ਜੀ ਬੂੰਦਾਬਾਂਦੀ ਹੋ ਰਹੀ ਸੀ, ਡ੍ਰਿਜ਼ਲਿੰਗ ਕਹਿ ਸਕਦੇ ਹੋ। ਬੜੇ ਵਧੀਆ ਮੌਸਮ ਵਿੱਚ ਸਾਈਨ ਕੀਤੇ ਗਏ ਨੇ। ਔਰ ਟੋਟਲ ਮੈਂਬਰ ਕਿੰਨੇ ਸੀਗੇ? 299 ਟੋਟਲ ਸੀਗੇ।
299 ਟੋਟਲ ਮੈਂਬਰ ਸੀਗੇ। 70 ਤਾਂ ਕੀ ਸੀਗੇ ਪ੍ਰਿੰਸਲੀ ਸਟੇਟ ਸੀਗੀਆਂ, ਪ੍ਰਿੰਸਲੀ ਸਟੇਟਸ ਦੇ ਵਿੱਚੋਂ ਵੀ ਉਸ ਤੋਂ ਬਾਅਦ ਹੋਣੇ ਸਟਾਰਟ ਹੋ ਗਏ ਸੀਗੇ। ਤਾਂ 284 ਜੋ ਸੀ ਨਾ ਉਹ ਐਕਚੁਅਲੀ ਸੀਗੇ, ਉਸ ਦਿਨ 284 ਮੈਂਬਰ ਸੀਗੇ। ਠੀਕ ਹੈ ਜੀ। ਤਾਂ ਜਦੋਂ ਆਪਣੇ ਸੰਵਿਧਾਨ ਨੂੰ ਅਡਾਪਟ ਕੀਤਾ ਗਿਆ, ਕੌਨਸਟੀਟਿਊਸ਼ਨ ਅਡਾਪਟ 26 ਨਵੰਬਰ 1949, 26 ਨਵੰਬਰ 1949 ਨੂੰ, ਤਾਂ ਕੰਟੇਨਰ ਪ੍ਰੈਂਬਲ ਜੋ ਤੁਹਾਨੂੰ ਦੱਸਿਆ ਸੀ ਆਬਜੈਕਟਿਵ ਰੈਜ਼ੋਲੂਸ਼ਨ ਸੀਗਾ, ਉਹ ਹੀ ਅੱਗੇ ਆ ਕੇ ਕੀ ਪ੍ਰੈਂਬਲ ਬਣ ਜਾਏਗਾ। ਤਾਂ ਉਸ ਟਾਈਮ ਤੇ ਜੇਕਰ ਗੱਲ ਕੀਤੀ ਜਾਏ ਤਾਂ ਆਰਟੀਕਲ, ਸ਼ਡਿਊਲਸ ਐਂਡ ਪਾਰਟਸ ਕਿੰਨੇ ਸੀਗੇ ਜੀ? ਤਾਂ 395 ਆਰਟੀਕਲ, 8 ਸ਼ਡਿਊਲ ਔਰ 22 ਪਾਰਟਸ ਸੀਗੇ। ਕਲੀਅਰ ਹੋ ਗਿਆ। ਔਰ ਇੱਕ ਚੀਜ਼ ਹੋਰ ਯਾਦ ਰੱਖਣ ਵਾਲੀ ਹੈ ਜੀ, ਜੋ ਉਸ ਟਾਈਮ ਤੇ ਲਾਅ ਮਿਨਿਸਟਰ ਸੀਗੇ ਉਹ ਕੌਣ ਸੀਗੇ? ਜੋ ਉਸ ਟਾਈਮ ਤੇ ਲਾਅ ਮਿਨਿਸਟਰ ਸੀ ਨਾ ਉਹ ਕੌਣ ਸੀਗੇ? ਡਾਕਟਰ BR ਅੰਬੇਦਕਰ। BR ਅੰਬੇਦਕਰ ਉਸ ਟਾਈਮ ਤੇ ਲਾਅ ਮਿਨਿਸਟਰ ਸੀਗੇ, ਡਾਕਟਰ BR ਅੰਬੇਦਕਰ। ਔਰ ਇਹਨਾਂ ਨੂੰ ਚੀਫ ਆਰਕੀਟੈਕਟ ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਚੀਫ ਆਰਕੀਟੈਕਟ, ਆਰਕੀਟੈਕਟ ਮੀਨਸ ਜਿਨ੍ਹਾਂ ਨੇ ਕੌਨਸਟੀਟਿਊਸ਼ਨ ਨੂੰ ਬਣਾਇਆ, ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਵੀ ਕਿਹਾ ਜਾਂਦਾ। ਠੀਕ ਹੈ, ਚੀਫ ਆਰਕੀਟੈਕਟ ਆਫ ਕੌਨਸਟੀਟਿਊਸ਼ਨ ਆਫ ਇੰਡੀਆ। ਔਰ ਇਹਨਾਂ ਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ, ਮਾਡਰਨ ਮਨੂ। ਠੀਕ ਹੈ ਜੀ। ਇਹ 1 ਲਾਈਨਰ ਕੁਐਸਚਨ ਨੇ ਜੋ ਤੁਹਾਨੂੰ ਪੇਪਰ ਦੇ ਵਿੱਚ PCS ਲੈਵਲ ਤੱਕ ਸਿੱਧੇ ਮਿਲਦੇ ਨੇ। ਠੀਕ ਹੈ ਜੀ। ਉਸ ਟਾਈਮ ਦਾ ਲਾਅ ਮਿਨਿਸਟਰ ਪੁੱਛ ਲੈਣ ਉਹਨਾਂ ਦਾ ਨਾਮ ਕੀ ਸੀਗਾ, ਜਾਂ ਅਜੇ ਵੀ ਡਾਕਟਰ BR ਅੰਬੇਦਕਰ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ, ਸੋ ਔਨ ਕੁਛ ਵੀ ਪੁੱਛਿਆ ਜਾ ਸਕਦਾ ਹੈ। ਠੀਕ ਹੈ ਜੀ। ਤਾਂ ਲੈਕਚਰ ਬਹੁਤ ਲੰਬਾ ਹੋ ਜਾਏਗਾ, ਇਸ ਕਰਕੇ ਅੱਜ ਆਪਾਂ ਇੱਥੇ ਹੀ ਫਿਨਿਸ਼ ਕਰਦੇ ਹਾਂ। ਠੀਕ ਹੈ ਜੀ। ਨੈਕਸਟ ਵੀਡੀਓ ਲੈ ਕੇ ਜਲਦੀ ਮਿਲਾਂਗੇ। ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਜ਼ਰੂਰ ਕਰ ਦਿਓ। ਆਪਾਂ ਇਹ ਨੈਕਸਟ ਟੌਪਿਕ ਤੇ ਇੱਦਾਂ ਹੀ ਮਿਲਾਂਗੇ, ਵੀਡੀਓ ਜਲਦੀ ਵੀਡੀਓ ਅਪਲੋਡ ਕਰ ਦਾਂਗੇ। ਤਾਂ ਸਟੂਡੈਂਟਸ ਚੈਨਲ ਦੇ ਨਾਲ ਜੁੜੇ ਰਹੋ, ਚੈਨਲ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ।